लोग जाने ही गीत है, लोग जाने ही गीत है। ये तो ब्रह्म विचार, ये तो ब्रह्म विचार। लोग जाने ही गीत है, लोग जाने ही गीत है, लोग जाने ही गीत है। गुरु जी का खालसा, वाहिगुरु जी की फतेह। अंग है 494। ਹੁਣ ਤੱਕ 6 ਸ਼ਬਦ ਚੌਥੇ ਪਾਤਸ਼ਾਹ ਦੇ ਸੰਪੂਰਨ ਹੋਏ ਨੇ। ਇੱਕ ਓੰਕਾਰ ਸਤਿਗੁਰ ਪ੍ਰਸਾਦ, ਗੂਜਰੀ ਮਹੱਲਾ ਚੌਥਾ, ਘਰ ਤੀਜਾ। ਮਾਈ ਬਾਪ ਪੁੱਤਰ ਸਭ ਹਰ ਕੇ ਕੀਏ, ਸਭਨਾ ਕੋ ਸੰਬੰਧ ਹਰ ਕਰ ਦੀਏ। ਹਾਂਜੀ। ਇੱਕ ਓੰਕਾਰ, ਇੱਕ ਓੰਕਾਰ ਸਤਿਗੁਰ ਪ੍ਰਸਾਦ, ਗੁਰ ਪ੍ਰਸਾਦ। ਗੂਜਰੀ ਮਹੱਲਾ ਚੌਥਾ, ਗੂਜਰੀ ਮਹੱਲਾ ਚੌਥਾ, ਘਰ ਤੀਜਾ। ਤੀਜਾ। ਮਾਈ ਬਾਪ ਪੁੱਤਰ ਸਭ ਹਰ ਕੇ ਕੀਏ, ਮਾਈ ਬਾਪ ਪੁੱਤਰ ਸਭ ਹਰ ਕੇ ਕੀਏ, ਸਭਨਾ ਕੋ ਸੰਬੰਧ ਹਰ ਕਰ ਦੀਏ। ਕੋ ਸੰਬੰਧ ਹਰ ਕਰ ਦੀਏ। हमरा जोर सब रहो मेरे वीर, हर का तन मन सब हर के बस है शरीर। रहाओ। ਇੱਕ ਓੰਕਾਰ ਸਤਿਗੁਰ ਪ੍ਰਸਾਦ, ਗੂਜਰੀ ਮਹੱਲਾ ਚੌਥਾ, ਘਰ ਤੀਜਾ। ਮਾਈ ਬਾਪ ਪੁੱਤਰ ਸਭ ਹਰ ਕੇ ਕੀਏ, ਸਭਨਾ ਕੋ ਸੰਬੰਧ ਹਰ ਕਰ ਦੀਏ। ਮਹਾਰਾਜ ਨੇ ਚੌਥੇ ਪਾਤਸ਼ਾਹ ਜਿਨ੍ਹਾਂ ਦਾ ਜੀਵਨ ਅਸੀਂ ਪੜ੍ਹਦੇ ਹਾਂ, ਉਹਨਾਂ ਨੇ ਸਾਨੂੰ ਸਮਝਾਇਆ ਬੜੇ ਵਧੀਆ ਢੰਗ ਨਾਲ ਕਿ ਘਰ-ਬਾਰ ਛੱਡ ਕੇ, ਮਾਤਾ ਪਿਤਾ ਨੂੰ ਛੱਡ ਕੇ, ਔਲਾਦ ਨੂੰ ਤਿਆਗ ਕੇ ਭਗਤੀ ਨਹੀਂ ਹੁੰਦੀ, ਕਿਉਂਕਿ ਇਹ ਸੰਬੰਧ ਵੀ ਉਸ ਮਾਲਕ ਨੇ ਕੀਤੇ ਨੇ। ਇਸ ਦਰਦ ਨੂੰ ਚੌਥੇ ਪਾਤਸ਼ਾਹ ਨੇ ਹੰਢਾਇਆ ਹੈ। ਆਪ ਬਚਪਨ ਵਿੱਚ ਮਾਤਾ ਤੇ ਪਿਤਾ ਚਲਾਣਾ ਕਰ ਗਏ, ਕਿਉਂਕਿ ਅਸੀਂ ਭਾਗਾਂ ਵਾਲੇ ਨੇ ਜਿਨ੍ਹਾਂ ਨੂੰ ਮਾਤਾ ਦੀ ਗੋਦ ਮਿਲਦੀ ਹੈ, ਭਾਗਾਂ ਵਾਲੇ ਨੇ ਜਿਨ੍ਹਾਂ ਨੂੰ ਤੇ ਪਿਤਾ ਦਾ ਹੱਥ ਰਹਿੰਦਾ ਹੈ। ਜਿਨ੍ਹਾਂ ਦੇ ਔਲਾਦ ਨਹੀਂ, ਉਹਨਾਂ ਨੂੰ ਪੁੱਛੋ ਕਿ ਔਲਾਦ ਨਾ ਹੋਣ ਦਾ ਦੁੱਖ ਕੀ ਹੈ। ਇਸ ਕਰਕੇ ਇਹ ਸਾਰੇ ਸੰਬੰਧ ਨੇ। ਜੇ ਅਸੀਂ ਆਪਣੇ ਆਪ ਨੂੰ ਵੱਡਾ ਖਵਾਉਣ ਲੱਗ ਪਏ ਤਾਂ ਜਨਮਿਆ ਤੇ ਮਾਂ ਤੇ ਨਹੀਂ ਸੀ ਨਾ। ਜੇ ਮਾਂ ਨਾ ਜਨਮਦੀ, ਪਿਤਾ ਨਾ ਹੁੰਦਾ, ਸਾਡਾ ਜਨਮ ਕਿੱਥੋਂ ਹੋਣਾ ਸੀ। ਸਾਡੇ ਲਈ ਉਹ ਸਤਿਕਾਰਯੋਗ ਨੇ, ਉਹ ਪ੍ਰਮਾਤਮਾ ਦੇ ਵਰਗੇ ਨੇ। ਜਿਹੜੇ ਸੰਬੰਧ ਨੇ ਮਾਲਕ ਨੇ, ਇਹਨਾਂ ਨੂੰ ਪਿਆਰ ਨਾਲ, ਸਤਿਕਾਰ ਨਾਲ, ਘਰ ਵਿੱਚ ਧੀ ਦਾ ਹੋਣਾ, ਪੁੱਤਰ ਦਾ ਹੋਣਾ ਰਿਸਪੈਕਟੇਬਲ। ਜਦੋਂ ਇਸ ਤਰ੍ਹਾਂ ਰਿਸਪੈਕਟ ਸਾਡੇ ਮਨ ਅੰਦਰ ਬਣੀ ਰਹੇਗੀ ਤਾਂ ਇਹ ਸਮਝ ਕਿ ਇਹ ਦਾਤ ਸਾਨੂੰ ਉਸ ਮਾਲਕ ਨੇ ਦਿੱਤੀ। ਮਾਤਾ ਦੀ ਗੋਦ, ਪਿਤਾ ਦਾ ਹੱਥ, ਇਹ ਮਾਤਾ ਦੇ, ਇਹ ਉਸ ਪ੍ਰਭੂ ਦੇ, ਉਸ ਵਾਹਿਗੁਰੂ ਅਕਾਲ ਪੁਰਖ ਦੀਆਂ ਬਖਸ਼ਿਸ਼ਾਂ ਨੇ। ਉਹਨਾਂ ਨੂੰ ਪੁੱਛੋ ਜਿਨ੍ਹਾਂ ਨੇ ਆਪਣੀ ਮਾਂ ਹੀ ਨਹੀਂ ਵੇਖੀ, ਉਹਨਾਂ ਨੂੰ ਪੁੱਛੋ ਜਿਨ੍ਹਾਂ ਨੇ ਪਿਓ ਨਹੀਂ ਵੇਖਿਆ, ਕਿਉਂਕਿ ਬਹੁਤ ਸਾਰੀਆਂ ਗੱਲਾਂ ਅਸੀਂ ਆਪਣੇ ਜੀਵਨ 'ਚੋਂ ਦੇਖਦੇ ਹਾਂ। ਸਾਡੇ ਪਿਤਾ ਜੀ ਨੇ ਸਾਨੂੰ ਕਦੇ ਮੈਨੂੰ ਝਿੜਕਿਆ ਨਹੀਂ ਸੀ। ਅਸੀਂ ਫਿਰ ਮੈਂ ਪੁੱਛਿਆ ਆਪਣੇ ਫਾਦਰ ਨੂੰ ਕਿ ਪਾਪਾ ਜੀ ਤੁਸੀਂ ਸਾਨੂੰ ਕਦੇ ਝਿੜਕਿਆ ਨਹੀਂ, ਕੋਈ ਨਾ ਕੋਈ ਗਲਤੀਆਂ ਕਰ ਲੈਂਦੇ ਹਾਂ ਅਸੀਂ, ਪਰ ਤੁਸੀਂ ਸਾਨੂੰ ਕਦੇ ਝਿੜਕਿਆ ਨਹੀਂ। ਤਾਂ ਉਸ ਦਿਨ ਮੈਂ ਆਪਣੇ ਪਿਤਾ ਦੀਆਂ ਅੱਖਾਂ 'ਚ ਹੰਝੂ ਦੇਖੇ ਸੀ ਕਿ ਪੁੱਤਰ ਮੈਂ ਤੇ ਆਪਣੇ ਪਿਓ ਨੂੰ ਨਹੀਂ ਦੇਖ ਸਕਿਆ, ਮੈਨੂੰ ਨਹੀਂ ਪਤਾ ਕਿਹੋ ਜਿਹਾ ਹੁੰਦਾ, ਪਰ ਮੈਂ ਇਹ ਕੋਸ਼ਿਸ਼ ਕਰਦਾ
ਕਿ ਪਿਓ ਦਾ ਫਰਜ਼ ਜਿਹੜਾ ਹੈ, ਜਿਹੜੀਆਂ ਔਕੜਾਂ ਨੂੰ ਮੈਂ ਝੱਲਿਆ ਤੁਹਾਨੂੰ ਨਾ ਝੱਲਣੀਆਂ ਪੈਣ। ਜਦੋਂ ਕਿਸੇ ਚੀਜ਼ ਦੀ ਥੁੜ ਹੋਵੇ ਪਤਾ ਹੀ ਉਦੋਂ ਲੱਗਦਾ ਹੈ। ਤੇ ਅੱਜ ਅਸੀਂ ਆਪਣੇ ਮਾਤਾ ਨੂੰ ਪਿਤਾ ਨੂੰ ਕੱਢਣ ਦੀ, ਔਰ ਮੈਨੂੰ ਇਹ ਚੀਜ਼ ਦਾ ਦੁੱਖ ਨਾਲ ਕਹਿਣੀ ਪੈਂਦੀ ਇਹ ਗੱਲ ਇੱਥੇ ਅੱਜ ਕਿ ਅਸੀਂ ਬਿਰਧ ਆਸ਼ਰਮ ਬਣਾਉਣ ਲੱਗ ਪਏ ਹਾਂ। ਬਿਰਧ ਆਸ਼ਰਮ ਕਾਹਦੇ ਵਾਸਤੇ ਬਣ ਰਹੇ ਨੇ? ਕਿਉਂਕਿ ਔਲਾਦ ਸੰਭਾਲ ਨਹੀਂ ਰਹੀ ਬਜ਼ੁਰਗਾਂ ਨੂੰ। ਇਹ ਬਿਰਧ ਆਸ਼ਰਮ ਨਹੀਂ ਬਣਨੇ ਚਾਹੀਦੇ। ਔਲਾਦ ਸੰਭਾਲ ਨਹੀਂ ਰਹੀ, ਇਹਦਾ ਮਤਲਬ ਰਿਸਪੈਕਟ ਨਹੀਂ ਹੈ ਬਜ਼ੁਰਗਾਂ ਦੀ, ਆਪਣੇ ਮਾਤਾ ਪਿਤਾ ਦੀ। ਇੱਥੇ ਹਰੀ ਦੇ ਬਣਾਏ ਹੋਏ ਸੰਬੰਧ ਨੇ। ਇੱਥੇ ਮਹਾਰਾਜ ਚੌਥੇ ਪਾਤਸ਼ਾਹ ਇਹਨੇ ਪਿਆਰ ਨਾਲ ਸਮਝਾਉਂਦੇ ਨੇ ਸਾਨੂੰ ਇਹ ਗੱਲ ਕਿ ਮਤ ਜਾਣੇ ਕਿ ਮੈਂ ਘਰ-ਬਾਰ ਛੱਡ ਕੇ ਜੰਗਲਾਂ ਵਿੱਚ ਬਹਿ ਕੇ ਭੋਰਿਆਂ ਵਿੱਚ ਬਹਿ ਕੇ ਉਸ ਪਰਮਾਤਮਾ ਨੂੰ ਮਿਲ ਲਾਂਗਾ, ਕਦੇ ਨਹੀਂ ਮਿਲ ਸਕਦਾ ਇਸ ਤਰ੍ਹਾਂ। ਇੱਥੇ ਮਹਾਰਾਜ ਆਰੰਭਤਾ ਕਰਦੇ ਨੇ, ਇੱਕ ਓੰਕਾਰ ਸਤਿਗੁਰ ਪ੍ਰਸਾਦ, ਕਿ ਪ੍ਰਮਾਤਮਾ ਇੱਕ ਹੈ, ਇੱਕ ਰਸ ਹੈ, ਹਰ ਜਗ੍ਹਾ ਸਰਵ ਵਿਆਪਕ ਹੈ। ਗੁਰੂ ਦੀ ਕਿਰਪਾ ਨਾਲ ਉਹਦੀ ਪ੍ਰਾਪਤੀ ਹੁੰਦੀ। ਗੂਜਰੀ ਮਹੱਲਾ ਚੌਥਾ, ਘਰ ਤੀਜੇ ਘਰ ਵਿੱਚ ਚੌਥੇ ਪਾਤਸ਼ਾਹ ਗੂਜਰੀ ਰਾਗ ਵਿੱਚ ਇਸ ਸ਼ਬਦ ਨੂੰ ਗਾਉਣ ਦੀ ਤਕੀਦ ਕਰਦੇ ਨੇ। ਮਾਈ ਬਾਪ ਪੁੱਤਰ ਸਭ ਹਰ ਕੇ ਕੀਏ। ਮਾਂ ਪਿਓ ਪੁੱਤਰ ਜਿਹੜਾ ਸ਼ਬਦ ਹੈ ਇਹ ਔਲਾਦ ਹੈ। ਧੀ ਵੀ ਹੋ ਸਕਦੀ ਹੈ, ਪੁੱਤਰ ਵੀ ਹੋ ਸਕਦਾ ਹੈ। ਜਿਹੜਾ ਪੁੱਤਰ ਸ਼ਬਦ ਹੈ ਨਾ, ਇਹ ਔਲਾਦ ਲਈ ਹੈ। ਅੱਗੋਂ ਜਿਹੜੀ ਔਲਾਦ ਹੈ, ਮਾਂ ਪਿਓ ਤੇ ਔਲਾਦ, ਇਹ ਸੰਬੰਧ ਨੇ, ਇਹ ਉਸ ਮਾਲਕ ਵੱਲੋਂ ਹੀ ਕੀਤੇ ਨੇ, ਇਹ ਉਸ ਪ੍ਰਭੂ ਵੱਲੋਂ ਨੇ। ਜਿਹੜੀ ਚੀਜ਼ ਸਾਨੂੰ ਪ੍ਰਭੂ ਦੇ ਵੱਲੋਂ ਸਾਡੇ ਹਿੱਸੇ 'ਚ ਆਈ ਹੈ ਉਹ ਸਾਡੇ ਲਈ ਸਤਿਕਾਰਯੋਗ ਹੈ, ਉਹਦੀ ਕੀਮਤ ਹੀ ਕੋਈ ਨਹੀਂ। ਸਭਨਾ ਕੋ ਸੰਬੰਧ ਹਰ ਕਰ ਦੀਏ। ਇਹ ਸਾਰੇ ਜਿਹੜੇ ਸੰਬੰਧ ਨੇ, ਭੈਣ ਦਾ, ਭਰਾ ਦਾ, ਮਾਂ ਦਾ, ਪਿਓ ਦਾ, ਇਸਤਰੀ ਦਾ, ਇਹ ਸਾਰੇ ਸੰਬੰਧ ਉਸ ਮਾਲਕ ਨੇ ਕੀਤੇ ਨੇ। ਹਮਰਾ ਜੋਰ ਸਭ ਰਹਿਓ ਮੇਰੇ ਵੀਰ। ਐ ਮੇਰੇ ਭਰਾਵਾ, ਜਿਹੜਾ ਸਾਡਾ ਜ਼ੋਰ ਹੈ ਨਾ, ਸਾਡੀ ਹਿੰਮਤ, ਅਸੀਂ ਆਹ ਕਰ ਲਾਂਗੇ, ਅਸੀਂ ਉਹ ਕਰ ਲਾਂਗੇ, ਇਹ ਤਾਂ ਰਹਿ ਗਿਆ ਇੱਥੇ ਹੀ। ਉਸ ਮਾਲਕ ਦੇ ਦਰ ਤੇ ਕੁਝ ਨਹੀਂ ਚੱਲਦਾ ਜ਼ੋਰ ਸਾਡਾ। ਹਰ ਕਾ ਤਨ ਮਨ ਸਭ ਹਰ ਕੈ ਵਸ ਹੈ ਸਰੀਰ। ਇਹ ਤਨ ਵੀ ਹਰੀ ਦਾ, ਇਹ ਮਨ ਵੀ ਹਰੀ ਦਾ, ਉਸ ਪ੍ਰਭੂ ਦਾ। ਇਹ ਸਾਰਾ ਸਰੀਰ ਹੀ ਉਹਦੇ ਵਸ ਵਿੱਚ ਹੈ। ਅਸੀਂ ਨਹੀਂ ਕਹਿ ਸਕਦੇ ਕਿ ਅਸੀਂ ਆਹ ਕਰ ਦਿਆਂਗੇ, ਅਸੀਂ ਉਹ ਕਰ ਦਿਆਂਗੇ, ਕਿਤੇ ਨਹੀਂ ਕਰ ਸਕਦਾ ਕੋਈ ਕੁਝ ਵੀ। ਜੇ ਕੋਈ ਕਵੇ ਕਿ ਅਸੀਂ ਫਲ ਪਾ ਕੇ ਅੱਗੋਂ ਔਲਾਦ ਪੈਦਾ ਕਰ ਦਿਆਂਗੇ, ਨਹੀਂ ਹੁੰਦੀਆਂ ਇਸ ਤਰ੍ਹਾਂ, ਨਾ ਹੀ ਹੋਣਗੀਆਂ ਇਸ ਤਰ੍ਹਾਂ। ਸਾਨੂੰ ਭਰਮਾਂ ਭੁਲੇਖਿਆਂ ਵਿੱਚ ਪਾ ਛੱਡਿਆ। ਇਹ ਸਾਰਾ ਕੁਝ ਵਸ ਉਸ ਮਾਲਕ ਦੇ ਹੈ, ਉਹ ਪ੍ਰਭੂ ਦੇ ਵਸ ਵਿੱਚ ਹੈ। ਮਾਤਾ ਦਾ, ਪਿਤਾ ਦਾ ਸੰਯੋਗ, ਜਿਉਂਦੇ ਜੀ ਸਾਨੂੰ ਮਿਲਣਾ, ਸਾਡੀ ਪਰਵਰਿਸ਼ ਕਰਨੀ, ਜਿਉਂਦੇ ਜੀ ਸਾਨੂੰ ਔਲਾਦ ਦਾ ਪ੍ਰਾਪਤ ਹੋਣਾ, ਅੱਗੋਂ ਇਹ ਸਾਰੇ ਸੰਬੰਧ ਨੇ ਜਿਹੜੇ ਭੈਣਾਂ ਦੇ, ਭਰਾਵਾਂ ਦੇ, ਤੇ ਮਾਰੇ ਕਹਿੰਦੇ ਉਸ ਤੋਂ ਮਾਲਕ ਦੇ ਵਸ ਵਿੱਚ ਨੇ, ਉਸ ਪ੍ਰਭੂ ਦੇ ਵਸ ਵਿੱਚ ਨੇ। ਹਾਂਜੀ। ਭਗਤ ਜਨਾ ਕੋ ਸਰਦਾ ਆਪ ਹਰ ਲਾਈ। ਭਗਤ ਜਨਾ ਕੋ ਸ਼ਰਧਾ ਆਪ ਹਰ ਲਾਈ। ਵਿੱਚੇ ਗ੍ਰਸਤ ਉਦਾਸ ਰਹਾਈ। ਭਗਤ ਜਨਾ ਕੋ ਸ਼ਰਧਾ ਆਪ ਹਰ ਲਾਈ। ਵਿੱਚੇ ਗ੍ਰਸਤ ਉਦਾਸ ਰਹਾਈ। ਕਿਉਂਕਿ ਇੱਕ ਬਹਾਨਾ ਹੁੰਦਾ ਸਾਨੂੰ, ਨਾਚ ਨਾ ਜਾਣੇ ਆਂਗਣ ਟੇਢਾ, ਵੀ ਅਸੀਂ, ਸਾਡਾ ਤਾਂ ਮਨ ਤਾਂ ਨਹੀਂ ਲੱਗਦਾ ਜੀ, ਘਰੇ ਰੌਲਾ ਬਹੁਤ ਪੈਂਦਾ ਹੈ, ਘਰੇ ਬੱਚੇ ਹੁੰਦੇ ਨੇ ਜੀ, ਘਰੇ ਸਾਡੀ ਮਾਤਾ ਹੈ ਜੀ, ਸਾਡਾ ਪਿਓ ਹੈ ਜੀ, ਮਾਰੇ ਆਪਣੇ ਪਿਆਰਿਆਂ ਨੂੰ ਉਸ ਪ੍ਰਭੂ ਨੇ ਆਪ ਸ਼ਰਧਾ ਲਾਉਂਦਾ ਹੈ, ਆਪ ਕਿਰਪਾ ਕਰਦਾ ਹੈ, ਬਖਸ਼ਿਸ਼ ਕਰਦਾ ਜਿਨ੍ਹਾਂ ਉੱਤੇ। ਮਹਾਰਾਜ ਕਹਿੰਦੇ ਵਿੱਚੇ ਗ੍ਰਸਤ ਉਦਾਸ ਰਹਾਈ। ਉਹ ਗ੍ਰਸਤੀ ਵਿੱਚ ਰਹਿੰਦੇ ਹੋਏ ਵੀ, ਪਰਿਵਾਰ ਵਿੱਚ ਰਹਿੰਦੇ ਹੋਏ ਵੀ ਨਿਰਲੇਪ ਰਹਿੰਦੇ ਨੇ, ਉਦਾਸ ਰਹਿੰਦੇ ਨੇ। ਉਦਾਸ ਤੋਂ ਭਾਵ ਹੈ ਨਿਰਲੇਪ ਰਹਿਣਾ, ਸੰਸਾਰ ਤੋਂ ਨਿਰਲੇਪ ਰਹਿੰਦੇ ਨੇ। ਸੰਸਾਰ ਵਿੱਚ ਰਹਿੰਦੇ ਹੋਏ, ਆਪਣੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਹੋਏ ਵੀ। ਵੇਖੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੁਰੂ ਸਾਹਿਬਾਨ, ਭਗਤ ਮਹਾਂਪੁਰਸ਼ਾਂ ਦੀ, ਸੰਤਾਂ ਦੀ ਬਾਣੀ ਦਰਜ ਹੈ। ਸਾਰੇ ਦੇ ਸਾਰੇ ਹੀ ਗ੍ਰਸਤੀ ਨੇ। ਰਵਿਦਾਸ ਜੀ, ਕਬੀਰ ਸਾਹਿਬ, ਨਾਮਦੇਵ ਜੀ, ਧੰਨਾ ਜੀ, ਇਹ ਸਾਰੇ ਗ੍ਰਸਤੀ ਕੰਮ ਕਰਕੇ ਖਾਣ ਵਾਲੇ ਬੰਦੇ ਸਨ ਸਾਰੇ। ਇਹਨਾਂ ਨੂੰ ਕੋਈ ਆਪਣੇ ਵੱਖਰੇ ਡੇਰੇ ਬਹਿ ਕੇ ਜਾਂ ਕੋਈ ਪੂਜਾ ਨਹੀਂ ਕਰਾਈਆਂ। ਸਾਨੂੰ ਜੀਵਨ ਦੀ ਜਾਂਚ ਦੱਸੀ ਵੀ ਜੇ ਕੰਮ ਕਰਦਿਆਂ ਹੋਇਆਂ, ਕਾਰ ਕਰਦਿਆਂ ਹੋਇਆਂ, ਪਰਿਵਾਰ ਵਿੱਚ ਰਹਿੰਦਿਆਂ ਹੋਇਆਂ, ਕਿਉਂਕਿ ਸਾਨੂੰ ਤਾਂ ਹੀ ਪਤਾ ਲੱਗੇਗਾ ਨਾ ਵੀ ਜਦੋਂ ਘਰ ਵਿੱਚ ਬੇਟੀ ਜਵਾਨ ਹੁੰਦੀ ਤਾਂ ਪਿਤਾ ਦਾ ਕੀ ਫਰਜ਼ ਹੈ, ਮਾਂ ਦਾ ਕੀ ਫਰਜ਼ ਹੈ। ਘਰ ਵਿੱਚ ਪੁੱਤਰ ਜਵਾਨ ਹੁੰਦਾ ਤਾਂ ਕੀ ਲਾਇਬਿਲਿਟੀ ਹੁੰਦੀਆਂ ਨੇ। ਘਰ ਦੇ ਵਿੱਚ ਮਾਤਾ ਬਜ਼ੁਰਗ, ਪਿਤਾ ਬਜ਼ੁਰਗ,
ਪਏ ਨੇ ਉਹਨਾਂ ਨੂੰ ਕਿਵੇਂ ਸੰਭਾਲਣਾ ਹੈ, ਗੱਲਾਂ ਕਰਨ ਤੇ ਸਿਖਾਲੀਆਂ ਨੇ ਨਾ। ਕਿਉਂਕਿ ਪਹਿਲੀ ਇਕਾਈ ਸਾਡਾ ਘਰ ਹੈ, ਘਰ ਤੋਂ ਹੀ ਸਾਡੀ ਸੇਵਾ ਆਰੰਭ ਹੁੰਦੀ ਹੈ। ਜੇ ਅਸੀਂ ਆਪਣੇ ਮਾਤਾ ਪਿਤਾ ਦੀ ਸੇਵਾ ਨਹੀਂ ਕਰ ਸਕੇ, ਬਾਹਰ ਭਾਵੇਂ ਜੋ ਮਰਜ਼ੀ ਪੇ ਕਰੀ ਜਾਈਏ, ਉਹ ਕਿਸੇ ਵੀ ਕੰਮ ਦਾ ਨਹੀਂ। ਤਾਂ ਮਹਾਰਾਜ ਕਹਿੰਦੇ ਵਿੱਚੇ ਗ੍ਰਸਥ ਵਿੱਚ ਰਹਿੰਦਿਆਂ ਹੋਏ ਉਦਾਸ ਨੇ, ਜਿਨ੍ਹਾਂ ਉੱਤੇ ਉਹਦੀ ਕਿਰਪਾ ਹੈ, ਜਿਨ੍ਹਾਂ ਉੱਤੇ ਉਹਦੀ ਬਖਸ਼ਿਸ਼ ਹੈ। ਹਾਂਜੀ। ਜਬ ਅੰਤਰ ਪ੍ਰੀਤ ਹਰ ਸਿਉ ਬਣ ਆਈ, ਜਬ ਅੰਤਰ ਪ੍ਰੀਤ ਹਰ ਸਿਉ ਬਣ ਆਈ, ਤਬ ਜੋ ਕਿਛ ਕਰੇ ਸੋ ਮੇਰੇ ਹਰ ਪ੍ਰਭ ਭਾਈ। ਜਬ ਅੰਤਰ ਪ੍ਰੀਤ ਹਰ ਸਿਉ ਬਣ ਆਈ, ਕਹਿੰਦੇ ਜਦੋਂ ਅੰਦਰੋਂ ਹਿਰਦੇ ਤੋਂ ਉਸ ਪ੍ਰਭੂ ਨਾਲ ਪ੍ਰੀਤ ਬਣ ਆਈ ਨਾ, ਤਬ ਜੋ ਕਿਛ ਕਰੇ ਸੋ ਮੇਰੇ ਹਰ ਪ੍ਰਭ ਭਾਈ। ਉਦੋਂ ਫਿਰ ਉਹ ਸੇਵਕ ਜੋ ਕੋਈ ਕਰਦਾ ਉਹ ਮੇਰੇ ਪ੍ਰਭੂ ਨੂੰ ਭਾਉਂਦਾ ਹੈ, ਚੰਗਾ ਲੱਗਦਾ ਹੈ। ਇੱਥੇ ਜੋ ਕੁਝ ਭਾਵ ਹੈ, ਚਾਹੇ ਉਹ ਸਿਮਰਨ ਕਰਦਾ ਹੈ, ਪਾਠ ਕਰਦਾ ਹੈ, ਕੀਰਤਨ ਕਰਦਾ ਹੈ, ਗੁਰਬਾਣੀ ਪੜ੍ਹਦਾ ਹੈ, ਸਿਮਰਨ ਕਰਦਾ ਹੈ, ਜੋ ਵੀ ਕਰਦਾ ਹੈ, ਜਿਹੜੇ ਵੇਲੇ ਵੀ ਕਰਦਾ ਹੈ, ਜਦੋਂ ਵੀ ਉਹਨੂੰ ਸਮਾਂ ਲੱਗਦਾ ਹੈ, ਉਹ ਮੇਰੇ ਪ੍ਰਭੂ ਨੂੰ ਭਾਉਂਦਾ ਹੈ, ਕਿਉਂਕਿ ਉਹ ਪ੍ਰੀਤ ਨਾਲ ਹੈ, ਅੰਦਰੋਂ ਜੁੜਿਆ ਹੋਇਆ ਹੈ। ਉਹ ਕੰਮ ਕਰਦਿਆਂ ਹੋਇਆਂ, ਵਿਹਾਰ ਕਰਦਿਆਂ ਹੋਇਆਂ, ਜਦੋਂ ਵੀ ਉਹਨੂੰ ਸਮਾਂ ਮਿਲਦਾ ਹੈ, ਟਾਈਮ ਮਿਲਦਾ ਹੈ, ਉਹ ਉਸੇ ਵੇਲੇ ਹੀ ਬਾਣੀ ਨਾਲ ਜੁੜਦਾ ਹੈ, ਤਾਂ ਉਹ ਮੇਰੇ ਪ੍ਰਭੂ ਨੂੰ ਭਾਉਂਦਾ ਹੈ, ਮੇਰੇ ਪ੍ਰਭੂ ਨੂੰ ਚੰਗਾ ਲੱਗਦਾ ਹੈ। ਹਾਂਜੀ। ਜਿਤ ਕਾਰੈ ਕੰਮ ਹਮ ਹਰ ਹਰ ਲਾਏ, ਕਾਰੈ ਕੰਮ ਹਮ ਹਰ ਲਾਏ, ਸੋ ਹਮ ਕਰੈ ਜੋ ਆਪ ਕਰਾਏ। ਜਿਤ ਕਾਰੈ ਕੰਮ ਹਮ ਹਰ ਲਾਏ, ਸੋ ਹਮ ਕਰਹਿ ਜੋ ਆਪ ਕਰਾਏ। ਮਾਰੇ ਕਹਿੰਦੇ ਕੰਮ ਕੋਈ ਵੀ ਮਾੜਾ ਨਹੀਂ ਹੈ, ਚਾਹੇ ਕੋਈ ਕਿਹੜਾ ਮਰਜ਼ੀ ਕੰਮ ਕਰਦਾ ਹੈ। ਇੱਥੇ ਕਿਸੇ ਕੰਮ ਨੂੰ ਮਾੜਾ ਨਹੀਂ ਕਿਹਾ ਹੋਇਆ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਧਨਾ ਜੀ ਜਿਹੜੇ ਕਿ ਕਸਾਈ ਸਨ, ਉਹਨਾਂ ਦੀ ਬਾਣੀ ਵੀ ਦਰਜ ਹੈ। ਨਾਮਦੇਵ ਜੀ, ਰਵਿਦਾਸ ਜੀ ਮਹਾਰਾਜ, ਸਾਰਿਆਂ ਦੀ ਬਾਣੀ ਦਰਜ ਹੈ। ਕੰਮ ਵੱਖਰੇ ਵੱਖਰੇ ਨੇ। ਸੈਣ ਜੀ, ਵੇਖੋ ਕਿ ਕੰਮ ਜਿੱਦੇ ਸਾਨੂੰ ਲਾਇਆ ਸਾਨੂੰ ਉਹੀ ਚੰਗਾ ਹੈ। ਕੰਮ ਕੋਈ ਵੀ ਮਾੜਾ ਨਹੀਂ, ਜਿੱਧਰੇ ਪਾਸੇ ਲਾਇਆ ਸਾਨੂੰ ਅਸੀਂ ਇਹ ਮੰਨਿਆ ਕਿ ਸਾਨੂੰ ਸੰਭਾਲਕ ਨੇ ਇਹ ਸਾਡੀ ਡਿਊਟੀ ਦਿੱਤੀ ਹੈ। ਅਸੀਂ ਜੋ ਵੀ ਕੰਮ ਕਰਦੇ ਹਾਂ ਸੰਸਾਰ ਦੇ ਵਿੱਚ, ਚਾਹੇ ਕੋਈ ਨੌਕਰੀ ਕਰਦਾ ਹੈ, ਚਾਹੇ ਕੋਈ ਖੇਤੀ ਕਰਦਾ ਹੈ, ਚਾਹੇ ਕੋਈ ਦੁਕਾਨਦਾਰੀ ਕਰਦਾ ਹੈ, ਜਦੋਂ ਉਹ ਇਹ ਕਰਕੇ ਕਰਦਾ ਹੈ ਕਿ ਮੇਰੇ ਪ੍ਰਭੂ ਨੇ ਮੈਨੂੰ ਇਹ ਕੰਮ ਦਿੱਤਾ ਹੈ, ਮੈਂ ਇਹ ਕਰਨਾ ਹੈ ਤੇ ਪੂਰੀ ਇਮਾਨਦਾਰੀ ਨਾਲ ਕਰਨਾ ਹੈ। ਇੱਥੇ ਰਿਸ਼ਵਤਾਂ ਨਹੀਂ ਲੈਣੀਆਂ, ਇੱਥੇ ਮੈਂ ਮਿਲਾਵਟਾਂ ਨਹੀਂ ਕਰਨੀਆਂ, ਇੱਥੇ ਮੈਂ ਝੂਠ ਨਹੀਂ ਬੋਲਣਾ। ਉਹ ਇਸ ਤਰ੍ਹਾਂ ਕੰਮ ਕਰਦਾ ਹੈ, ਕਿਉਂਕਿ ਜਿਹੜਾ ਕੰਮ ਕਰਨ ਦੇ ਹਰ ਤਰ੍ਹਾਂ ਦਾ ਕੰਮ ਕਰਕੇ ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਦਿਖਾਇਆ। ਪਹਿਲਾਂ ਆਪ ਕਿ ਖੇਤੀ ਕਿਵੇਂ ਕਰਨੀ, ਵਣਜ ਕਿਵੇਂ ਕਰਨਾ, ਦੁਕਾਨਦਾਰੀ ਕਿਵੇਂ ਕਰਨੀ, ਕਰਕੇ ਦਿਖਾਤਾ। ਇਸ ਤਰ੍ਹਾਂ ਕਰੋ ਭਾਈ। ਤਾਂ ਮਾਰੇ ਕਹਿੰਦੇ ਜਦੋਂ ਸਾਨੂੰ ਇਹ ਮੰਨ ਕੇ ਚੱਲੇ ਅਸੀਂ ਕਿ ਇਹ ਕੰਮ ਸਾਨੂੰ ਮੇਰੇ ਮਾਲਕ ਨੇ, ਮੇਰੇ ਪ੍ਰਭੂ ਨੇ ਦਿੱਤਾ ਹੈ, ਅਸੀਂ ਉਹਦਾ ਕੰਮ ਕਰਦੇ ਹਾਂ। ਜਦੋਂ ਇਸ ਤਰ੍ਹਾਂ ਕੰਮ ਕਰਨ ਲੱਗ ਪਏ, ਸੋ ਹਮ ਕਰੈ ਸੋ ਜੋ ਆਪ ਕਰਾਏ, ਕਹਿੰਦੇ ਅਸੀਂ ਤੇ ਉਹ ਕਰਦੇ ਹਾਂ ਜੋ ਪ੍ਰਭੂ ਆਪ ਕਰਾਉਂਦਾ ਹੈ, ਭਾਵ ਉਹਦੇ ਹੁਕਮ ਵਿੱਚ ਰਹਿ ਕੇ, ਉਹਦੀ ਰਜ਼ਾ ਵਿੱਚ ਰਹਿ ਕੇ ਕੰਮ ਕਰਦੇ ਹਾਂ। ਹਾਂਜੀ। ਜਿਨ ਕੀ ਭਗਤ ਮੇਰੇ ਪ੍ਰਭ ਭਾਈ, ਜਿਨ ਕੀ ਭਗਤ ਮੇਰੇ ਪ੍ਰਭ ਭਾਈ, ਤੇ ਜਨ ਨਾਨਕ ਨਾ ਰਾਮ ਨਾਮ ਲਿਵ ਲਾਈ। ਜਿਨ ਕੀ ਭਗਤ ਮੇਰੇ ਪ੍ਰਭ ਭਾਈ। ਚੌਥੇ ਪਾਤਸ਼ਾਹ ਮਾਰੇ ਕਹਿੰਦੇ ਜਿਨ੍ਹਾਂ ਦੀ ਪ੍ਰਭੂ ਨੂੰ ਭਗਤੀ ਭਾ ਗਈ ਨਾ, ਫਿਰ ਜਿਹੜੇ ਇਸ ਤਰ੍ਹਾਂ ਆਪਣਾ ਜੀਵਨ ਜਿਉਂਦੇ ਨੇ, ਜਿਹੜੇ ਉਸ ਪ੍ਰਭੂ ਨੂੰ ਭਾ ਗਏ। ਅਸੀਂ ਤਾਂ ਸਾਡਾ ਕੰਮ ਤੇ ਕਰਨਾ ਹੈ, ਉਹਨੂੰ ਪ੍ਰਭੂ ਨੂੰ ਭਾਉਂਦਾ ਜਾਂ ਨਹੀਂ ਭਾਉਂਦਾ ਸਾਨੂੰ ਨਹੀਂ ਪਤਾ। ਇਹਦੇ ਬਾਰੇ ਸਾਡੇ ਕੋਲ ਕੋਈ ਥਰਮਾਮੀਟਰ ਜਾਂ ਮੈਜ਼ਰਮੈਂਟ ਨਹੀਂ ਹੈ ਕਿ ਇੰਨਾ ਚਿਰ ਕਰਨ ਨਾਲ ਆਹ ਕੰਮ ਹੋ ਜਾਏਗਾ। ਨਹੀਂ, ਕਦੋਂ ਅਸੀਂ ਨੰਗਾ ਥੱਲੇ ਆ ਗਏ ਉਹਦੇ। ਤੇ ਜਨ ਨਾਨਕ ਰਾਮ ਨਾਮ ਲਿਵ ਲਾਈ, ਤੇ ਜਿਹੜੇ ਉਹਨੂੰ ਭਾ ਗਏ ਕਹਿੰਦੇ ਤੇ ਜਨ, ਉਹ ਜਿਹੜੇ ਸੇਵਕ ਨੇ, ਚੌਥੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਕਹਿੰਦੇ ਭਾਈ ਉਹਨਾਂ ਦੀ ਲਿਵ ਉਸ ਪਰਮਾਤਮਾ ਨਾਲ ਜੁੜ ਗਈ। ਉਹ ਸੰਸਾਰ ਵਿੱਚ ਰਹਿੰਦੇ ਹੋਏ, ਗ੍ਰਸਥ ਵਿੱਚ ਰਹਿੰਦੇ ਹੋਏ, ਪਰਿਵਾਰ ਵਿੱਚ ਰਹਿੰਦੇ ਹੋਏ ਹੀ ਉਸ ਪਰਮਾਤਮਾ ਨਾਲ ਜੁੜੇ ਰਹਿੰਦੇ ਨੇ। ਹਾਂਜੀ। ਗੂਜਰੀ ਮਹੱਲਾ ਪੰਜਵਾ, ਗੂਜਰੀ ਮਹੱਲਾ ਪੰਜਵਾ। ਚੌਪਦੇ ਘਰ ਪਹਿਲਾ, ਇੱਕ ਓੰਕਾਰ, ਸਤਿਗੁਰ ਪ੍ਰਸਾਦ,
ਕਾਹੇ ਰੇ ਮਨ ਚਿਤਵੈ ਉਦਮ ਜਾਂ ਆਹਰ ਹਰ ਜਿਉ ਪਰਿਆ ਸੈਲ ਪੱਥਰ ਮੈਂ ਜੰਤ ਉਪਾਏ ਤਾਂ ਕਾ ਰਿਜ਼ਕ ਆਗੇ ਕਰ ਧਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੇ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੁਕੇ ਕਾਸ਼ਟ ਹਰਿਆ ਰਹਾਉ। ਗੂਜਰੀ ਮਹੱਲਾ ਪੰਜਵਾਂ। ਚੌਪਦੇ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ। ਪੰਚਮ ਪਾਤਸ਼ਾਹ ਮਹਾਰਾਜ ਦਾ ਇਹ ਸ਼ਬਦ ਚਾਰ ਪਦਿਆਂ ਵਿੱਚ ਪਹਿਲੇ ਘਰ ਵਿੱਚ ਮਹਾਰਾਜ ਗਾਉਣ ਦੀ ਤਕੀਦ ਕਰਦੇ ਨੇ। ਮੰਗਲਾ ਚਰਨ ਆਰੰਭ ਕਰਦੇ ਨੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਕਿ ਪ੍ਰਮਾਤਮਾ ਇੱਕ ਹੈ, ਇੱਕ ਰਸ ਸਰਵ ਵਿਆਪਕ ਸਮਾਇਆ ਹੋਇਆ ਹੈ ਤੇ ਗੁਰੂ ਦੀ ਕਿਰਪਾ ਨਾਲ ਉਹਦੀ ਬਖਸ਼ਿਸ਼ ਹੁੰਦੀ। ਇਹ ਸ਼ਬਦ ਹਰ ਰੋਜ਼ ਆਪਾਂ ਨਿਤਨੇਮ ਵਿੱਚ ਪੜ੍ਹਦੇ ਹਾਂ। ਕਾਹੇ ਰੇ ਮਨ ਚਿਤਵੈ ਉਦਮ, ਮਨਾ ਕਿਉਂ ਦੌੜ ਭੱਜ ਕਰਦਾ ਹੈ, ਜਾਂ ਆਹਰ ਹਰ ਜੀਉ ਪਰਿਆ। ਇਹ ਜਿਹੜਾ ਆਹਰ ਹੈ ਨਾ, ਇਹ ਉਹਨੂੰ ਆਪ ਹੈ, ਜਾਂ ਆਹਰ ਉਹਨੇ ਆਹਰ ਲੱਗਿਆ ਉਹਨੇ ਜਿਹੜਾ ਸੰਸਾਰ 'ਚ ਪੈਦਾ ਕੀਤਾ ਨਾ, ਉਹਨੂੰ ਆਹਰ ਹੈ ਚੀਜ਼ ਦਾ ਪੈਦਾ ਕੀ ਕਰਨਾ ਹੈ। ਸੈਲ ਪੱਥਰ ਮੈਂ ਜੰਤ ਹੋ ਪਾਏ ਤਾਂ ਕਾਰਜ ਆਗੇ ਕਰ ਧਰਿਆ। ਤੇ ਉਦਾਹਰਨ ਦਿੱਤੀ ਪੰਚਮ ਪਾਤਸ਼ਾਹ ਨੇ ਕਿ ਵੇਖ ਉਹਨੇ ਪੱਥਰਾਂ ਵਿੱਚ ਜੀਵ ਪੈਦਾ ਕਰਕੇ ਵੀ ਉਹਨਾਂ ਦਾ ਰਿਜ਼ਕ ਪਹਿਲਾਂ ਰੱਖਿਆ ਅੱਗੇ। ਤੂੰ ਤੇ ਬਾਹਰ ਤੁਰਿਆ ਫਿਰਦਾ ਹੈ, ਜਿਹੜੇ ਪੱਥਰ ਵਿੱਚ ਜੀਵ ਪੈਦਾ ਕੀਤੇ ਨੇ ਉਹਨਾਂ ਦੇ ਵਿੱਚ ਵੀ ਉਹਦਾ ਰਿਜ਼ਕ ਨਾਲ ਹੈ ਪਹਿਲਾਂ। ਫਿਰ ਤੂੰ ਦੌੜ ਭੱਜ ਕਿਉਂ ਲਾਈ ਹੋਈ ਹੈ? ਇਹਦਾ ਮਤਲਬ ਦੌੜ ਭੱਜ ਦਾ ਮਤਲਬ ਹੁੰਦਾ ਕਿ ਫਾਲਤੂ ਦੀ ਦੌੜ ਭੱਜ, ਜਿਹਨੂੰ ਅਸੀਂ ਅੱਜ ਦੀ ਭਾਸ਼ਾ 'ਚ ਟੈਨਸ਼ਨ ਲੈਂਦੇ ਹਾਂ। ਫਾਲਤੂ ਟੈਨਸ਼ਨ, ਬਸ ਐਵੇਂ ਹੀ ਟੈਨਸ਼ਨ ਹੈ ਜੀ। ਪੁੱਛੀ ਦੇ ਵੀ ਗੱਲ ਕੀ ਹੈ, ਕਹਿੰਦੇ ਬਸ ਜੀ ਟੈਨਸ਼ਨ ਕਾਹਦੀ, ਕਹਿੰਦੇ ਹੈਗੀ ਬਸ ਟੈਨਸ਼ਨ ਹੀ ਹੈ ਜੀ। ਉਹ ਫਾਲਤੂ ਦਾ ਵਜਨ ਚੱਕਿਆ ਹੋਇਆ ਅਸੀਂ। ਇੱਕ ਟੈਨਸ਼ਨ ਸ਼ਬਦ ਲੈ ਲਿਆ ਅੰਗਰੇਜ਼ੀ ਦਾ, ਪਤਾ ਨਹੀਂ ਕਿੱਥੋਂ ਲੈ ਲਿਆ ਅਸੀਂ, ਤੇ ਉਹ ਟੈਨਸ਼ਨ ਨੂੰ ਐਸਾ ਚੱਕਿਆ ਟੋਕਰਾ, ਉਹ ਲਾਇਆ ਨਹੀਂ ਮੁੜ ਕੇ। ਸੈਲ ਪੱਥਨ ਮੈਂ ਜੰਤੋ ਪਾਏ ਤਾਂ ਕਾਰਜ ਆਗਿਆ ਕਰ ਧਰਿਆ। ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੇ ਤਰਿਆ। ਇੱਥੇ ਉਚਾਰਨ ਸੇ ਹੈ। ਮੇਰੇ ਮਾਧੋ ਜੀ ਇੱਥੇ ਉਚਾਰਨ ਕਰਦੇ ਨੇ ਮਹਾਰਾਜ, ਹੇ ਮੇਰੇ ਕਰਤਾਰ, ਹੇ ਮੇਰੇ ਪ੍ਰਭੂ, ਮਾਇਆ ਦੇ ਪਤੀ ਮਾਧੋ, ਮਾਧੋ ਜੀ ਸਤ ਸੰਗਤ ਮਿਲੇ, ਜਿਨ੍ਹਾਂ ਨੂੰ ਸਤ ਸੰਗਤ ਪ੍ਰਾਪਤ ਹੋਈ ਸੇ ਤਰ ਗਏ, ਉਹਦੇ ਸੰਸਾਰ ਸਾਗਰ ਤੋਂ ਪਾਰ ਹੋ ਗਏ। ਗੁਰ ਪ੍ਰਸਾਦ ਪਰਮ ਪਦ ਪਾਇਆ। ਗੁਰੂ ਦੀ ਕਿਰਪਾ ਨਾਲ ਉਹਨਾਂ ਨੇ ਐਸਾ ਪਦ ਪ੍ਰਾਪਤ ਕਰ ਲਿਆ ਜਿਹਨੂੰ ਪਰਮ ਪਦ ਕਹਿੰਦੇ ਆ, ਸਹਿਜ ਅਵਸਥਾ ਕਹਿੰਦੇ ਆ, ਨਿਜ ਘਰ ਕਹਿੰਦੇ ਆ। ਸੂਕੇ ਕਾਸ਼ਟ ਹਰਿਆ, ਕਹਿੰਦੇ ਉਹਨਾਂ ਦੀ ਅਵਸਥਾ ਤੇ ਇਸ ਤਰ੍ਹਾਂ ਹੋ ਗਈ ਜਿਵੇਂ ਸੁੱਕੀ ਲੱਕੜ ਹਰੀ ਹੋ ਜਾਏ। ਜਿਵੇਂ ਸੁੱਕੀ ਹੋਈ ਲੱਕੜ ਵੀ ਹਰੀ ਹੋ ਜਾਏ ਨਾ, ਕਹਿੰਦੇ ਅੰਦਰੋਂ ਸੁੱਕੇ ਪਏ ਸਨ ਵਿਕਾਰਾਂ ਨਾਲ, ਹਉਮੈ ਨਾਲ, ਹੰਕਾਰ ਨਾਲ, ਉਹਤੇ ਨਾਮ ਨਾਲ ਐਸੇ ਜੁੜੇ ਕਿ ਅੰਦਰੋਂ ਹਰੇ ਭਰੇ ਹੋ ਗਏ। ਭਾਵ ਵਿਸ਼ਾਲ ਅੰਦਰੋਂ ਮਨ ਜਿਹੜਾ ਹੈ ਉਹ ਪੂਰਨ ਤੌਰ ਤੇ ਖਿੜਿਆ ਹੋਇਆ, ਖੜਾਓ ਵਿੱਚ ਹੋ ਗਿਆ ਹੁਣ ਉਹਨਾਂ ਦਾ। ਹਾਂਜੀ। ਜਨਨ ਪਿਤਾ ਲੋਕ ਸੁਤ ਬਨਤਾ, ਜਨਨ ਪਿਤਾ ਲੋਕ ਸੁਤ ਬਨਤਾ, ਕੋਏ ਨਾ ਕਿਸ ਕੀ ਧਰਿਆ। ਸਿਰ ਸਿਰ ਰਿਜਕ ਸੰਭਾਹੇ ਠਾਕੁਰ, ਕਾਹੇ ਮਨ ਪਉ ਕਰਿਆ। ਜਨਨ ਪਿਤਾ ਲੋਕ ਸੁਤ ਬਨਤਾ, ਕੋਇ ਨ ਕਿਸ ਕੀ ਧਰਿਆ। ਜਨਨ ਜਨਨੀ ਮਾਤਾ, ਪਿਤਾ ਲੋਕ, ਸੁਤ ਪੁੱਤਰ ਔਲਾਦ, ਬਨਤਾ ਇਸਤਰੀ, ਕੋਈ ਨਾ ਕਿਸ ਕੀ ਧਰਿਆ। ਕਹਿੰਦੇ ਕੋਈ ਕਿਸੇ ਦਾ ਆਸਰਾ ਨਹੀਂ ਹੈ ਇੱਥੇ। ਭੁਲੇਖਾ ਸਾਨੂੰ ਇਹ ਵੀ ਸ਼ਾਇਦ ਬੁਢਾਪੇ ਜਾ ਕੇ ਸਾਡੀ ਔਲਾਦ ਸਾਡੀ ਸੇਵਾ ਕਰੇਗੀ, ਜਾਂ ਸਾਡੇ ਮਾਂ ਪਿਓ ਸਾਡੀ ਸਹਾਇਤਾ ਕਰ ਦੇਣਗੇ। ਕਹਿੰਦੇ ਨਹੀਂ, ਨਾ ਇਸਤਰੀ, ਨਾ ਧੀ, ਨਾ ਪੁੱਤਰ, ਕੋਈ ਨਹੀਂ।
ਸਿਰ ਸਿਰ ਰਿਗ ਸਮਾਹੇ ਠਾਕੁਰ ਕਾਹੇ ਮਨ ਪਉ ਕਰਿਆ। ਕਹਿੰਦੇ ਉਹ ਤੇ ਸਾਰਿਆਂ ਨੂੰ ਹੀ ਰਿਜਕ ਪਹੁੰਚਾ ਰਿਹਾ ਹੈ, ਮਨਾ ਤੂੰ ਕਿਉਂ ਭਉ ਕਰਦਾ ਹੈ? ਉਹ ਤੇ ਸਭ ਨੂੰ ਪਹੁੰਚਾ ਰਿਹਾ ਹੈ, ਤੂੰ ਡਰ ਕਿਉਂ ਰੱਖਿਆ ਅੰਦਰ? ਇਸ ਕਰਕੇ ਜਦ ਪੱਥਰਾਂ ਵਿੱਚ ਜੀਵ ਪੈਦਾ ਕਰਕੇ ਵੀ ਉਹਨਾਂ ਨੂੰ ਪਹੁੰਚਾ ਰਿਹਾ ਹੈ, ਤੈਨੂੰ ਕਿਉਂ ਡਰ ਪਿਆ ਹੋਇਆ ਕਿ ਜਿਹਦਾ ਕਿ ਮੈਨੂੰ ਰੋਜੀ ਨਹੀਂ ਦੇਵੇਗਾ? ਹਾਂਜੀ। ਊੜੈ ਊੜ ਆਵੈ ਸੈ ਕੋਸਾਂ, ਊੜੈ ਊੜ ਆਵੈ ਸੈ ਕੋਸਾਂ, ਤਿਸ ਪਾਸੈ ਬਚਰੇ ਛਰਿਆ। ਇਸ ਪਾਛੈ ਬਚਰੇ ਛਰਿਆ। ਹੁਣ ਕਵਨ ਖਲਾਵੈ ਕਵਨ ਚੁਗਾਵੈ, ਕਵਨ ਖੁਲਾਵੈ ਕਵਨ ਚੁਗਾਵੈ। ਮਨ ਮਹਿ ਸਿਮਰਨ ਕਰਿਆ। ਉਦਾਹਰਨ ਦਿੱਤੀ ਮਹਾਰਾਜ ਨੇ, ਊੜੈ ਊੜ ਆਵੈ ਸੈ ਕੋਸਾਂ, ਤਿਸ ਪਾਛੈ ਬਚਰੇ ਛਰਿਆ। ਕਹਿੰਦੇ ਵੇਖ ਕੂੰਜਾਂ ਸਾਈਬੇਰੀਆ ਤੋਂ ਚੱਲਦੀਆਂ ਨੇ, ਹਜ਼ਾਰਾਂ ਕਿਲੋਮੀਟਰ ਦਾ ਸਫ਼ਰ ਤੈਅ ਕਰਦੀਆਂ ਨੇ। ਊੜੈ ਊੜ ਆਵੈ ਸੈ ਕੋਸਾਂ, ਹਜ਼ਾਰਾਂ ਕੋਹਾਂ ਦਾ ਸਫ਼ਰ ਤੈਅ ਕਰਦੀਆਂ ਨੇ। ਤਿਸ ਪਾਛੈ ਬਚਰੇ ਛਰਿਆ, ਆਪਣੇ ਬੱਚੇ ਪਿੱਛੇ ਛੱਡ ਆਉਂਦੀਆਂ ਨੇ, ਆਂਡੇ ਦੇ ਆਉਂਦੀਆਂ ਨੇ ਪਿੱਛੇ। ਉਹਨ ਕਵਨ ਖਿਲਾਵੈ ਕਵਨ ਚੁਗਾਵੈ, ਉਹਨਾਂ ਨੂੰ ਕੌਣ ਖਿਲਾਏਗਾ ਕੌਣ ਚੁਗਾਏਗਾ? ਮਨ ਮੈਂ ਸਿਮਰਨ ਕਰਿਆ। ਕਹਿੰਦੇ ਵੇਖ, ਕਦੇ ਧਿਆਨ ਕਰਕੇ ਆਪਣੇ ਮਨ ਵਿੱਚ ਵਿਚਾਰ ਕਰਕੇ ਵੇਖ, ਉਹ ਬੱਚੇ ਵੀ ਤਾਂ ਪਲ ਜਾਂਦੇ ਨੇ। ਜਾ ਕੇ ਵੇਖੋ, ਆਪਣੇ ਉਹ ਬੱਚਿਆਂ ਨੂੰ ਕੱਢ ਲੈਂਦੀਆਂ ਨੇ ਜਾ ਕੇ। ਉਹ ਐਸੀ ਕੁਦਰਤ ਵੱਲੋਂ ਉਦੋਂ ਹੀ ਕੰਪਾਸ, ਜਿਹੜਾ ਘੜੀ ਆਉਂਦੀ ਇੱਕ ਮਿਲਟਰੀ ਵਾਲਿਆਂ ਕੋਲ ਹੁੰਦੀ, ਕੰਪਾਸ ਕਹਿੰਦੇ ਨੇ ਉਹਨੂੰ। ਇਹ ਕੰਪਾਸ ਦੀ ਖੋਜ ਉਦੋਂ ਨਿਕਲੀ ਸੀ ਕਿ ਉਹ ਆਪਣੀ ਦਿਸ਼ਾ ਨਿਰਦੇਸ਼ ਲੈਂਦੀਆਂ ਨੇ, ਜਿਹੜੇ ਰਾਹਾਂ ਤੋਂ ਆਉਂਦੀਆਂ ਨੇ ਉਸੇ ਰਾਹਾਂ ਤੇ ਵਾਪਸ ਜਾਂਦੀਆਂ ਨੇ। ਇਹ ਕੁਦਰਤ ਦੀ ਦਾਤ ਹੈ, ਉਹਨਾਂ ਨੂੰ ਬਖਸ਼ਿਸ਼ ਹੈ। ਕਹਿੰਦੇ ਉਹਨੂੰ ਸਭ ਦਾ ਹੀਲਾ ਕੀਤਾ ਹੋਇਆ ਉਸ ਮਾਲਕ ਨੇ, ਫਿਰ ਤੂੰ ਕਿਉਂ ਡੋਲਦਾ ਹੈ? ਮਨ ਅੰਦਰ ਸਿਮਰਨ ਕਰ, ਵੇਖ ਉਹ ਅੰਦਰ ਸੋਚਦੀਆਂ ਨੇ, ਯਾਦ ਰੱਖਦੀਆਂ ਨੇ ਹਮੇਸ਼ਾ, ਤੂੰ ਵੀ ਚੇਤੇ ਰੱਖ। ਹਾਂਜੀ। ਸਭ ਨਿਧਾਨ 10 ਅਸ਼ਟ ਸਿਧਾਨ, ਸਭ ਨਿਧਾਨ 10 ਅਸ਼ਟ ਸਿਧਾਨ। ਠਾਕੁਰ ਕਰ ਤਲ ਧਰਿਆ, ਠਾਕੁਰ ਕਰ ਤਲ ਧਰਿਆ। ਜਨ ਨਾਨਕ ਬਲ ਬਲ ਸਦ ਬਲ ਜਾਈਐ, ਨਾਨਕ ਬਲ ਬਲ ਸਦ ਬਲ ਜਾਈਐ। ਤੇਰਾ ਅੰਤ ਨਾ ਪਾਰਾ ਵਰਿਆ। ਸਭ ਨਿਧਾਨ 10 ਅਸ਼ਟ ਸਿਧਾਨ, ਠਾਕੁਰ ਕਰ ਤਲ ਧਰਿਆ। ਦੁਨੀਆ ਦੇ ਸਾਰੇ ਖਜ਼ਾਨੇ 18 ਸਿੱਧੀਆਂ ਉਸ ਮਾਲਕ ਦੇ ਮੁੱਠੀ 'ਚ ਨੇ, ਉਹਦੇ ਹੱਥ 'ਚ ਨੇ। ਜਨ ਨਾਨਕ ਬਲ ਬਲ ਸਦ ਬਲ ਜਾਈਐ, ਤੇਰਾ ਅੰਤ ਨਾ ਪਾਰਾ ਵਰਿਆ। ਤੇ ਪੰਚਮ ਪਾਤਸ਼ਾਹ ਮਹਾਰਾਜ ਕਹਿੰਦੇ ਅਸੀਂ ਤੇ ਤੇਥੋਂ ਸਦਕੇ ਜਾਂਦੇ ਹਾਂ ਸੱਚੇ ਪਾਤਸ਼ਾਹ ਜੀਓ, ਬਲਿਹਾਰ ਜਾਂਦੇ ਹਾਂ ਤੁਹਾਡੇ ਤੋਂ। ਤੇਰਾ ਕੋਈ ਅੰਤ, ਤੇਰਾ ਇਹ ਪਾਰਾਵਾਰ ਕੋਈ ਜਾਣ ਨਹੀਂ ਸਕਿਆ, ਸਮਝ ਨਹੀਂ ਸਕਿਆ ਕਿ ਸੰਸਾਰ ਦੀ ਖੇਡ ਨੂੰ ਤੂੰ ਕਿਵੇਂ ਚਲਾ ਰਿਹਾ ਹੈ। ਕਿਉਂਕਿ ਜੀਵ ਪੈਦਾ ਕਰਦਾ ਹੈ, ਬਾਅਦ ਵਿੱਚ ਉਹਨਾਂ ਦਾ ਰਿਜ਼ਕ ਪਹਿਲਾਂ ਪੈਦਾ ਕਰਦਾ ਹੈ। ਇਹ ਤੇਰਾ ਇੱਕ ਨਿਯਮ ਹੈ। ਬੜੀ ਹੈਰਾਨੀ ਦੀ ਗੱਲ ਹੈ ਕਿ ਭਾਵੇਂ ਜੀਵ ਪਾਣੀ 'ਚ ਪੈਦਾ ਹੋਏ ਨੇ, ਭਾਵੇਂ ਜੀਵ ਆਕਾਸ਼ 'ਚ ਪੈਦਾ ਹੁੰਦੇ ਨੇ, ਤੇ ਭਾਵੇਂ ਜੀਵ ਧਰਤੀ 'ਤੇ ਪੈਦਾ ਹੁੰਦੇ ਨੇ, ਉਸ ਹਰ ਜਗ੍ਹਾ 'ਤੇ ਉਹਨਾਂ ਦਾ ਪਾਲਣ ਪੋਸ਼ਣ ਪਹਿਲਾਂ ਪੈਦਾ ਕੀਤਾ ਹੋਇਆ, ਉਹਨੂੰ ਆਪ ਦਿੱਤਾ ਤੂੰ। ਇਸ ਕਰਕੇ ਐ ਮਨੁੱਖ, ਤੂੰ ਇਹ ਰੋਜੀ ਰੋਟੀ ਪਿੱਛੇ ਕਿਉਂ ਦੌੜਿਆ ਫਿਰਦਾ ਹੈ? ਇਹ ਦੌੜ ਭੱਜ ਛੱਡ ਤੇ ਪ੍ਰਮਾਤਮਾ ਸਿਮਰਨ ਨਾਲ ਜੁੜ, ਉਹ ਤੇਰੀ ਰੱਖਿਆ ਆਪ ਕਰੇਗਾ। ਕਿਰਤ ਕਰਕੇ ਖਾ, ਨਾਮ ਜਪ, ਵੰਡ ਛਕ, ਤੇ ਤਾਂ ਹੀ ਤੇਰਾ ਕਲਿਆਣ ਹੋ ਸਕਦਾ ਹੈ। ਹੋਈਆਂ ਭੁੱਲਾਂ ਦੀ ਖਿਮਾ ਮੰਗਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। मेरे राम हम बारक हर प्रभ के हैं ए आणे, हम बारक हर प्रभ के हैं ए आणे।